ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਟੈਕਨੋਲੋਜੀ ਅਤੇ ਈ-ਕਮਰਸ ਭਾਗ ਦੂਜਾ ਦੀ ਅਗਲੀ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ ਪਰਜਿੰਦਰ ਕੌਰ ਵੋਕੇਸ਼ਨਲ ਮਿਸਟਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ। ਅੱਜ ਦਾ ਟੌਪਿਕ ਈ-ਕਮਰਸ ਇਸ ਦਾ ਮੀਨਿੰਗ ਅਤੇ ਇਸ ਦੇ ਫੀਚਰਸ। ਸੋ ਆਓ ਸਭ ਤੋਂ ਪਹਿਲਾਂ ਦੇਖਦੇ ਹਾਂ ਈ-ਕਮਰਸ ਦੀ ਪਰਿਭਾਸ਼ਾ। ਈ-ਕਮਰਸ ਕਿਸ ਨੂੰ ਕਹਿੰਦੇ ਨੇ? ਈ-ਕਮਰਸ ਨੂੰ ਇੰਟਰਨੈਟ ਦੁਆਰਾ ਇਲੈਕਟ੍ਰੋਨਿਕ ਕਮਰਸ ਜਾਂ ਇਲੈਕਟ੍ਰੋਨਿਕ ਵਪਾਰ ਵਜੋਂ ਜਾਣਿਆ ਜਾਂਦਾ ਹੈ। ਠੀਕ ਹੈ, ਸਭ ਤੋਂ ਸਟਾਰਟਿੰਗ ਲਾਈਨ ਜਿਹੜੀ ਮੈਂ ਇਹਦੇ ਵਿੱਚ ਲਿਖੀ ਹੈਗੀ ਹੈ ਕਿ ਈ-ਕਮਰਸ ਜਿਹੜਾ ਹੈਗਾ ਹੈ ਉਸ ਨੂੰ ਅਸੀਂ ਜਾਂ ਤਾਂ ਇਲੈਕਟ੍ਰੋਨਿਕ ਕਮਰਸ ਵੀ ਕਹਿੰਦੇ ਹਾਂ ਅਤੇ ਨਾਲ ਹੀ ਅਸੀਂ ਇਸ ਨੂੰ ਇਲੈਕਟ੍ਰੋਨਿਕ ਵਪਾਰ ਵਜੋਂ ਵੀ ਜਾਣਦੇ ਹਾਂ। ਹੁਣ ਆਪਾਂ ਵੇਖਦੇ ਹਾਂ ਕਿ ਇਹ ਇਲੈਕਟ੍ਰੋਨਿਕ ਵਪਾਰ ਹੁੰਦਾ ਕੀ ਹੈ। ਵਪਾਰ ਬਾਰੇ ਹਰ ਇੱਕ ਨੂੰ ਪਤਾ ਹੈ ਵਪਾਰ ਕੀ ਹੁੰਦਾ ਹੈ। ਕੋਈ ਸਮਾਨ ਅਸੀਂ ਬਣਾਉਂਦੇ ਹਾਂ, ਉਸਨੂੰ ਵੇਚਦੇ ਹੈਗੇ ਹਾਂ। ਠੀਕ ਹੈ, ਚੀਜ਼ਾਂ ਦੀ ਜਿਹੜੀ ਖਰੀਦੋ ਫਰੋਖਤ ਹੁੰਦੀ ਹੈ ਨਾ, ਉਸ ਨੂੰ ਕਮਰਸ ਕਿਹਾ ਜਾਂਦਾ ਹੈ, ਉਸ ਨੂੰ ਵਪਾਰ ਕਿਹਾ ਜਾਂਦਾ ਹੈ। ਅਤੇ ਇਸੇ ਕੰਮ ਨੂੰ ਜਦੋਂ ਅਸੀਂ ਕੰਪਿਊਟਰ ਦੀ ਮਦਦ ਦੇ ਨਾਲ, ਇੰਟਰਨੈਟ ਦੀ ਮਦਦ ਦੇ ਨਾਲ, ਠੀਕ ਹੈ, ਭਾਵ ਕਿਸੇ ਵੀ ਔਨਲਾਈਨ ਮੀਡੀਆ ਦੇ ਹੈਲਪ ਦੇ ਨਾਲ ਜਦੋਂ ਅਸੀਂ ਕਰਦੇ ਹਾਂ ਅਤੇ ਉਸ ਨੂੰ ਈ-ਕਮਰਸ ਕਿਹਾ ਜਾਂਦਾ ਹੈ। ਸੋ ਤੁਹਾਨੂੰ ਪਤਾ ਹੈ ਕਿ ਜਿਹੜਾ ਅੱਜ ਦਾ ਜਿਹੜਾ ਸਾਡਾ ਯੁੱਗ ਹੈਗਾ ਹੈ ਉਹ ਵਪਾਰ ਦਾ ਯੁੱਗ ਹੈ। ਪਹਿਲੇ ਸਮੇਂ ਵਿੱਚ ਅਸੀਂ ਕੀ ਕਰਦੇ ਸੀਗੇ ਕਿ ਜਿਹੜੀ ਵੀ ਕੋਈ ਚੀਜ਼ ਅਸੀਂ ਬਣਾਉਂਦੇ ਸੀਗੇ ਨਾ, ਉਸ ਨੂੰ ਅਸੀਂ ਬਣਾ ਕੇ ਦੁਕਾਨ ਦੇ ਉੱਤੇ ਜਾ ਕੇ ਉੱਥੋਂ ਸਪਲਾਈ ਹੁੰਦੀ ਸੀ ਕਸਟਮਰ ਤੱਕ। ਕਸਟਮਰ ਦੁਕਾਨ 'ਤੇ ਜਾਂਦਾ ਸੀ ਅਤੇ ਉੱਥੋਂ ਚੀਜ਼ ਨੂੰ ਖਰੀਦ ਲੈਂਦਾ ਸੀ। ਪਰ ਹੁਣ ਜਿਹੜਾ ਅੱਜ ਦਾ ਜਿਹੜਾ ਯੁੱਗ ਚੇਂਜ ਹੋ ਰਿਹਾ ਹੈ, ਟੈਕਨੋਲੋਜੀ ਦੀ ਵਰਤੋਂ ਇਸ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ। ਉਸ ਦੇ ਨਾਲ ਕੀ ਹੋਇਆ ਹੈ ਕਿ ਜੋ ਵੀ ਸਮਾਨ ਨਿਰਮਾਤਾ ਬਣਾਉਂਦੇ ਹੈਗੇ ਆ, ਉਸ ਸਮਾਨ ਨੂੰ ਔਨਲਾਈਨ ਵੈਬਸਾਈਟਸ ਦੇ ਉੱਪਰ ਲਾਂਚ ਕਰ ਦਿੰਦੇ ਆ। ਬਹੁਤ ਸਾਰੀਆਂ ਔਨਲਾਈਨ ਵੈਬਸਾਈਟਸ ਹੈਗੀਆਂ ਵਾ ਜਿਨ੍ਹਾਂ ਦੇ ਵਿੱਚੋਂ ਜਿਹੜਾ ਕਸਟਮਰ ਹੈਗਾ ਹੈ ਉਹ ਉਸ ਸਮਾਨ ਨੂੰ ਖਰੀਦ ਸਕਦਾ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜੀ ਖਰੀਦਣ ਦਾ ਅਤੇ ਜਿਹੜਾ ਵੇਚਣ ਦਾ ਕੰਮ ਹੁੰਦਾ ਹੈ ਔਨਲਾਈਨ ਤਰੀਕੇ ਨਾਲ, ਇਸੇ ਨੂੰ ਈ-ਕਮਰਸ ਕਹਿੰਦੇ ਆ। ਅਤੇ ਨਾ ਕੇਵਲ ਇਹਦੇ ਵਿੱਚ ਸਮਾਨ ਜਿਹੜਾ ਹੈਗਾ ਉਹ ਇੱਧਰ ਉੱਧਰ ਸ਼ਿਫਟ ਹੁੰਦਾ ਹੈ, ਬਲਕਿ ਜਿਹੜੀ ਪੇਮੈਂਟ ਹੁੰਦੀ ਹੈ, ਜਿਹੜਾ ਭੁਗਤਾਨ ਹੁੰਦਾ ਹੈ, ਉਹ ਵੀ ਇਲੈਕਟ੍ਰੋਨਿਕ ਤਰੀਕੇ ਨਾਲ ਕੀਤਾ ਜਾਂਦਾ ਹੈ। ਵੇਖੋ, ਜਿਹੜੀਆਂ ਵਪਾਰਿਕ ਕਿਰਿਆਵਾਂ ਮੈਂ ਦੱਸੀਆਂ ਤੁਹਾਨੂੰ, ਉਹ ਸਾਰੀਆਂ ਨੂੰ ਵੀ ਅਸੀਂ ਈ-ਕਮਰਸ ਦਾ ਹਿੱਸਾ ਮੰਨਦੇ ਹਾਂ। ਅਤੇ ਦੂਸਰੀ ਗੱਲ ਮੈਂ ਤੁਹਾਨੂੰ ਕੀ ਦੱਸੀ ਕਿ ਵਸਤੂਆਂ ਦੇ ਨਾਲ ਨਾਲ ਜਿਹੜਾ ਅਸੀਂ ਪੈਸੇ ਦਾ ਆਦਾਨ ਪ੍ਰਦਾਨ ਕਰਦੇ ਹਾਂ ਉਹ ਵੀ ਔਨਲਾਈਨ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ। ਅਤੇ ਜਦੋਂ ਅਸੀਂ ਔਨਲਾਈਨ ਕਿਸੇ ਵੀ ਸਮਾਨ ਨੂੰ ਵੇਚਦੇ ਹਾਂ ਤਾਂ ਉਹ ਬਹੁਤ ਹੀ ਆਸਾਨ ਹੋ ਜਾਂਦਾ ਹੈ, ਕੰਪਨੀ ਵਾਸਤੇ ਵੀ ਜਿਸਨੇ ਉਸ ਚੀਜ਼ ਨੂੰ ਵੇਚਣਾ ਹੈ ਅਤੇ ਕਸਟਮਰ ਵਾਸਤੇ ਵੀ। ਇੱਥੇ ਵੇਖੋ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ, ਕੁਛ ਪ੍ਰੋਡਕਟ ਜਿਹੜੇ ਹੈਗੇ ਆ ਔਨਲਾਈਨ ਵੈਬਸਾਈਟ ਉੱਪਰ ਜਿੱਦਾਂ ਸ਼ੋਅ ਹੋ ਰਹੇ ਆ। ਸੋ ਕਸਟਮਰ ਕੀ ਹੈ, ਕਿਸੇ ਵੀ ਪ੍ਰੋਡਕਟ ਨੂੰ ਓਪਨ ਕਰਕੇ ਉਸ ਨੂੰ ਜ਼ੂਮ ਕਰਕੇ ਚੈੱਕ ਕਰ ਸਕਦਾ ਹੈ, ਪ੍ਰੋਡਕਟ ਦੀ ਕੁਆਲਿਟੀ ਬਾਰੇ ਪਤਾ ਕਰ ਸਕਦਾ, ਉਸ ਦੀ ਡਿਟੇਲ, ਉਸ ਦੀ ਪ੍ਰਾਈਸ, ਹਰ ਇੱਕ ਚੀਜ਼ ਬਾਰੇ ਇਨਫੋਰਮੇਸ਼ਨ ਉਸ ਨੂੰ ਔਨਲਾਈਨ ਹੀ ਮਿਲ ਜਾਂਦੀ ਹੈ। ਹੁਣ ਈ-ਕਮਰਸ ਦਾ ਜਿਹੜਾ ਸਿਸਟਮ ਹੈ ਉਸ ਨੂੰ ਚਲਾਉਣ ਵਾਸਤੇ ਸਾਡੇ ਕੋਲ ਕੀ ਕੀ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ, ਉਹ ਮੈਂ ਇੱਥੇ ਥੋੜ੍ਹਾ ਜਿਹਾ ਤੁਹਾਨੂੰ ਇਸ ਚੀਜ਼ ਦੀ ਨੌਲੇਜ ਜ਼ਰੂਰ ਦੇਣਾ ਚਾਹੂੰਗੀ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਹਾਰਡਵੇਅਰ ਚਾਹੀਦਾ ਹੈ। ਹਾਰਡਵੇਅਰ ਵਿੱਚ ਕੀ ਹੈ, ਕੋਈ ਵੀ ਸਿਸਟਮ ਤੁਸੀਂ ਕਹਿ ਲਓ, ਉਸ ਦੇ ਵਿੱਚ ਲੈਪਟਾਪ ਵੀ ਆ ਜਾਂਦਾ ਹੈ, ਕੰਪਿਊਟਰ, ਮੋਬਾਈਲ, ਕੁਛ ਵੀ ਉਹਦੇ ਵਿੱਚ ਆਉਂਦਾ ਹੈ। ਸੋ ਸਾਡੇ ਕੋਲ ਇੱਕ ਹਾਰਡਵੇਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਰਡਵੇਅਰ ਹੋਣ ਦੇ ਨਾਲ ਨਾਲ ਫਿਰ ਸਾਨੂੰ ਉਸ ਹਾਰਡਵੇਅਰ ਦੇ ਵਿੱਚ ਇੱਕ ਸੋਫਟਵੇਅਰ ਵੀ ਚਾਹੀਦਾ ਹੈ। ਸੋਫਟਵੇਅਰ ਦੇ ਵਿੱਚ ਕੀ ਆਉਂਦਾ ਹੈ, ਸਾਡਾ ਬਰਾਊਜ਼ਰ, ਜਿਸ ਦੇ ਉੱਪਰ ਅਸੀਂ ਵੈਬਸਾਈਟ ਨੂੰ ਸਰਚ ਕਰਦੇ ਹਾਂ। ਠੀਕ ਹੈ, ਸ਼ੋਪਿੰਗ ਐਪਸ ਜਿਹੜੀਆਂ ਵਾ, ਜਿਵੇਂ ਇਗਜ਼ੈਂਪਲ ਤੁਹਾਡੇ ਸਾਹਮਣੇ ਹੈਗੀਆਂ ਮੰਤਰਾ, ਫਲਿੱਪਕਾਰਟ, ਜਬੋਂਗ, ਇਹਨਾਂ ਦੀਆਂ ਐਪਸ ਹੁੰਦੀਆਂ ਨਾ, ਅਸੀਂ ਫ਼ੋਨ ਦੇ ਉੱਤੇ ਵੀ ਇੰਸਟਾਲ ਕਰਕੇ ਇਹਨਾਂ ਨੂੰ ਚਲਾਉਂਦੇ ਹਾਂ। ਅਤੇ ਜਾਂ ਫਿਰ ਸ਼ੋਪਿੰਗ ਵੈਬਸਾਈਟਸ, ਇਹ ਸਾਰੇ ਸਾਡੇ ਸੋਫਟਵੇਅਰ ਦਾ ਹਿੱਸਾ ਨੇ। ਫਿਰ ਟੈਕਨੋਲੋਜੀ ਸਾਨੂੰ ਕੀ ਚਾਹੀਦੀ ਹੈ? ਇੰਟਰਨੈਟ ਅਤੇ ਔਨਲਾਈਨ ਬੈਂਕਿੰਗ ਦੀ ਸਹੂਲਤ। ਇੰਟਰਨੈਟ ਦੀ ਟੈਕਨੋਲੋਜੀ ਸਾਡੇ ਕੋਲ ਹੋਣੀ ਚਾਹੀਦੀ ਹੈ ਅਤੇ ਪੇਮੈਂਟ ਮੋਡ ਇੱਕ ਹੋਣਾ ਚਾਹੀਦਾ ਹੈ। ਪੇਮੈਂਟ ਮੋਡ ਹੋਣਾ ਜਾਂ ਨਾ ਹੋਣਾ ਇਹ ਆਪਸ਼ਨਲ ਹੈ, ਕਿਉਂਕਿ ਕੁਛ ਸਾਈਟਸ ਇਹੋ ਜਿਹੀਆਂ ਹੈ ਜਿਹੜੀਆਂ ਕਿ ਤੁਹਾਨੂੰ ਕੈਸ਼ ਔਨ ਡਿਲੀਵਰੀ ਜਿਹੜੀ ਹੈਗੀ ਉਹ ਵੀ ਸੁਵਿਧਾ ਦਿੰਦੀਆਂ। ਸੋ ਉਹਦੇ ਵਾਸਤੇ ਸਾਡੇ ਕੋਲ ਔਨਲਾਈਨ ਬੈਂਕਿੰਗ ਦੀ ਸੁਵਿਧਾ ਹੋਣਾ ਜ਼ਰੂਰੀ ਨਹੀਂ ਹੈਗਾ। ਨੈਕਸਟ ਸਾਨੂੰ ਕੀ ਚਾਹੀਦਾ ਹੈ? ਖਰੀਦਦਾਰ ਅਤੇ ਵੇਚਣ ਵਾਲੇ, ਜਿਸਨੇ ਪ੍ਰੋਡਕਟ ਖਰੀਦਣਾ ਹੈ ਅਤੇ ਜਿਸਨੇ ਵੇਚਣਾ ਹੈ। ਠੀਕ ਹੈ, ਜ਼ਾਹਿਰ ਜੀ ਗੱਲ ਹੈ ਕਿ ਬਾਇਰਸ ਐਂਡ ਸੈਲਰ ਬੋਥ ਸ਼ੁੱਡ ਬੀ ਪ੍ਰੈਜ਼ੈਂਟ। ਅਤੇ ਨੈਕਸਟ ਇਹਦੇ ਵਿੱਚ ਕੀ ਹੈ, ਸਾਨੂੰ ਸ਼ੋਪਿੰਗ ਐਪਸ ਅਤੇ ਵੈਬਸਾਈਟਸ 'ਤੇ ਰਜਿਸਟ੍ਰੇਸ਼ਨ, ਮਤਲਬ ਕਿ ਇਹੋ ਜਿਹੀ ਕੋਈ ਵੀ ਕਿਰਿਆ ਜਿਹੜੀ ਕਿ ਸਾਨੂੰ ਇਹ ਅਧਿਕਾਰਤਾ ਦਿੰਦੀ ਹੈ, ਜਿਹੜੀ ਕਿ ਸਾਨੂੰ ਇਹ ਪਰਮਿਸ਼ਨ ਦਿੰਦੀ ਹੈ ਕਿ ਅਸੀਂ ਉਸ ਵੈਬਸਾਈਟ ਦੇ ਉੱਪਰ ਜਾ ਕੇ ਪ੍ਰੋਡਕਟ ਸਰਚ ਕਰ ਲਈਏ ਅਤੇ ਪ੍ਰੋਡਕਟ ਨੂੰ ਉੱਥੋਂ ਔਡਰ ਕਰ ਦਈਏ। ਅਤੇ ਇਹ ਸਾਨੂੰ ਕਿੱਦਾਂ ਮਿਲਦਾ ਹੈ? ਜਦੋਂ ਅਸੀਂ ਇਹਨਾਂ ਐਪਸ 'ਤੇ ਜਾ ਕੇ ਰਜਿਸਟਰ ਹੁੰਦੇ ਹਾਂ ਅਤੇ ਐਪਸ ਵੱਲੋਂ ਸਾਨੂੰ, ਉਸ ਸਾਈਟਸ ਵੱਲੋਂ ਸਾਨੂੰ ਇੱਕ ID ਅਤੇ ਪਾਸਵਰਡ ਜਨਰੇਟ ਹੁੰਦਾ ਹੈ, ਜਿਸ ਦਾ ਇਸਤੇਮਾਲ ਕਰਕੇ ਅਸੀਂ ਅੱਗੇ ਫਰਦਰ ਸ਼ੋਪਿੰਗ ਕਰ ਸਕਦੇ ਹਾਂ। ਸੋ ਈ-ਕਮਰਸ ਵੈਬਸਾਈਟਸ ਦੀਆਂ ਕੁਝ ਉਦਾਹਰਨਾਂ ਵਾ ਇੱਥੇ ਮੈਂ ਲਿਖੀਆਂ ਹੋਈਆਂ ਹੈ।
ਤੁਸੀਂ ਇਹਨਾਂ ਵਿੱਚੋਂ ਕਾफ़ੀ ਸਾਰੀਆਂ ਮੇ ਬੀ ਯੂਜ਼ ਵੀ ਕੀਤੀਆਂ ਹੋਣ, ਠੀਕ ਹੈ। ਜਿਵੇਂ ਐਮਾਜ਼ੋਨ ਹੈ, ਫਲਿੱਪਕਾਰਟ ਹੈ, ਈਬੇ, ਕਲੱਬ ਫੈਕਟਰੀ, ਮੰਤਰਾ, ਜਬੋਂਗ, ਕੁਛ ਨਹੀਂ ਵੀ ਇੱਥੇ ਲਿਖੀਆਂ, ਜਿਵੇਂ ਸਨੈਪਡੀਲ ਹੈਗੀ ਹੈ, ਠੀਕ ਹੈ, ਟਰੇਡਰਸ ਹੈ, ਹੋਮ ਸ਼ੋਪ ਹੈ, ਬਹੁਤ ਸਾਰੀਆਂ ਵੈਬਸਾਈਟਸ ਹੈਗੀਆਂ ਵਾ ਜਿਨ੍ਹਾਂ ਦੇ ਉੱਪਰ ਈ ਕਮਰਸ ਦਾ ਕੰਮ ਅਸੀਂ ਕਰ ਸਕਦੇ ਹਾਂ। ਹੁਣ ਆਪਾਂ ਡਿਸਕਸ ਕਰਨੀ ਹੈ ਜਿਹੜਾ ਇਹਦੇ ਵਿੱਚ ਮੇਨ ਟੌਪਿਕ ਹੈ, ਮੀਨਿੰਗ ਅਸੀਂ ਡਿਸਕਸ ਕਰ ਲਿਆ ਥੋੜ੍ਹਾ ਜਿਹਾ, ਅਤੇ ਹੁਣ ਆਪਾਂ ਦੇਖਾਂਗੇ ਕਿ ਈ ਕਮਰਸ ਦੀਆਂ ਵਿਸ਼ੇਸ਼ਤਾਵਾਂ ਕੀ ਹੈਗੀਆਂ ਵਾ, ਠੀਕ ਹੈ। ਇੱਥੇ ਮੈਂ ਸ਼ਾਰਟ 'ਚ ਲਿਖੀਆਂ, ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਈ ਕਮਰਸ ਦੀ ਜਿਹੜੀਆਂ ਖਾਸ ਵਿਸ਼ੇਸ਼ਤਾਵਾਂ ਹੈਗੀਆਂ ਵਾ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਹੈ ਕਿ ਹਰ ਸਮੇਂ ਹਰ ਜਗ੍ਹਾ ਉਪਲਬਧ, ਠੀਕ ਹੈ। ਇੰਟਰਨੈਟ ਤਕਨੀਕ ਇੱਕ ਅਜਿਹੀ ਤਕਨੀਕ ਹੈ ਜੋ ਕਿ ਹਰ ਜਗ੍ਹਾ 'ਤੇ ਹਰ ਸਮੇਂ ਉਪਲਬਧ ਹੁੰਦੀ ਹੈ, ਅਸੀਂ ਸਾਰੇ ਜਾਣਦੇ ਹਾਂ। ਸੋ ਇਹਦੇ ਨਾਲ ਕੀ ਹੈ, ਪਹਿਲੀ ਜਿਹੜੀ ਵਿਸ਼ੇਸ਼ਤਾ ਹੈਗੀ ਈ ਕਮਰਸ ਦੀ ਕਿ ਇਸ ਦੇ ਵਿੱਚ ਇੰਟਰਨੈਟ ਦਾ ਇਸਤੇਮਾਲ ਹੁੰਦਾ ਹੈ, ਇਸ ਕਰਕੇ ਜਿਹੜੇ ਈ ਕਮਰਸ ਹੈ ਉਸਨੂੰ ਅਸੀਂ ਕਦੇ ਵੀ ਕਿਸੇ ਵੀ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ। ਦੂਸਰਾ ਹੈਗਾ ਹੈ ਘੱਟ ਕੀਮਤ। ਈ ਵੰਡ ਵਿੱਚ ਜਿਹੜੀ ਲੈਣ ਦੇਣ ਦੀ ਜਿਹੜੀ ਲਾਗਤ ਹੈਗੀ ਹੈ ਉਹ ਘੱਟ ਹੁੰਦੀ ਹੈ, ਕਿਉਂਕਿ ਵਿੱਚ ਦੇਖੋ ਇਹਦੇ ਵਿੱਚ ਮਿਡਲਮੈਨ ਇਨਵੋਲਵ ਨਹੀਂ ਹੁੰਦੇ, ਡਾਇਰੈਕਟ ਕੰਟੈਕਟ ਹੁੰਦਾ ਹੈ ਜਿਹੜਾ ਸੈਲਰ ਹੈ ਅਤੇ ਜਿਹੜਾ ਬਾਇਰ ਹੈ ਉਹਦਾ। ਸੋ ਬਾਕੀ ਜਿਹੜੀ ਆਪਾਂ ਟਰਡੀਸ਼ਨਲ ਸੈਲਿੰਗ ਹੁੰਦੀ ਸੀ ਉਹਦੇ ਮੁਕਾਬਲੇ ਇਹਦੇ ਉੱਪਰ ਕੀ ਹੁੰਦਾ ਹੈ, ਜਿਹੜੀ ਸਾਡੀ ਲਾਗਤ ਹੈਗੀ ਆ ਉਹ ਘੱਟ ਆਉਂਦੀ ਹੈ ਅਤੇ ਉਹਦਾ ਕਰਕੇ ਜਿਹੜੀ ਵਸਤੂ ਦੀ ਕੀਮਤ ਹੈ ਉਹ ਵੀ ਘੱਟ ਹੁੰਦੀ ਹੈ। ਨੈਕਸਟ ਹੈਗੀ ਹੈ ਵਿਸ਼ੇਸ਼ਤਾ ਔਨਲਾਈਨ ਵਪਾਰ, ਠੀਕ ਹੈ। ਈ ਕਮਰਸ ਅਸੀਂ ਫੇਰ ਹੀ ਇਸ ਨੂੰ ਕਵਾਂਗੇ ਜੇ ਅਸੀਂ ਵਪਾਰ ਨੂੰ ਔਨਲਾਈਨ ਕਰਦੇ ਹਾਂ, ਕਿਉਂਕਿ ਈ ਮੀਨਸ ਇਲੈਕਟ੍ਰੋਨਿਕ ਤਰੀਕੇ ਨਾਲ ਕੀਤਾ ਹੋਇਆ ਵਪਾਰ ਜਿਹੜਾ ਹੈ ਉਹੀ ਈ ਕਮਰਸ ਕਹਿਲਾਉਂਦਾ ਹੈ। ਸੋ ਇਸ ਦੀ ਅਗਲੀ ਜਿਹੜੀ ਮੇਨ ਵਿਸ਼ੇਸ਼ਤਾ ਹੈ ਉਹ ਹੈਗੀ ਹੈ ਔਨਲਾਈਨ ਵਪਾਰ। ਈ ਵਣਜ ਔਨਲਾਈਨ ਵਪਾਰ ਕਰਨ ਦੀ ਕਿਰਿਆ ਹੈ ਅਤੇ ਦੂਸਰੇ ਸ਼ਬਦਾਂ ਵਿੱਚ ਇਹ ਚੀਜ਼ਾਂ ਵੈਬ 'ਤੇ ਖਰੀਦਣਾ ਅਤੇ ਵੇਚਣਾ ਹੈ, ਠੀਕ ਹੈ। ਸੋ ਨੈਕਸਟ ਜਿਹੜੀ ਇਹਦੀ ਵਿਸ਼ੇਸ਼ਤਾ ਹੈ ਉਹ ਕੀ ਹੈਗੀ ਹੈ, ਜਾਣਕਾਰੀ ਦਾ ਸਾਧਨ, ਗਲਤ ਲਿਖਿਆ ਗਿਆ ਹੈ, ਇੱਥੇ ਸਾਧਨ ਆਉਣਾ ਹੈ। ਈ ਵਣਜ ਵਪਾਰ ਕਰਨ ਲਈ ਜਾਣਕਾਰੀ ਇਕੱਠੀ ਕਰਨ ਅਤੇ ਵੰਡਣ ਦਾ ਸਾਧਨ ਹੈ। ਇਹ ਕੇਵਲ ਇਸ਼ਤਿਹਾਰਬਾਜ਼ੀ ਅਤੇ ਚੀਜ਼ਾਂ ਜਿਹੜੀਆਂ ਵਸਤੂਆਂ ਵੇਚਣ ਵਿੱਚ ਹੀ ਮਦਦ ਨਹੀਂ ਕਰਦਾ, ਬਲਕਿ ਲੈਣ ਅਤੇ ਦੇਣ ਦਾ ਪੂਰਾ ਹਿਸਾਬ ਰੱਖਣ ਅਤੇ ਹਰ ਚੀਜ਼ ਦਾ ਰਿਕਾਰਡ ਰੱਖਣ ਵਿੱਚ ਵੀ ਮਦਦ ਕਰਦਾ ਹੈ। ਕਿਸੇ ਵੀ ਤਰ੍ਹਾਂ ਦਾ ਰਿਕਾਰਡ ਹੋ ਗਿਆ, ਕੋਈ ਵੀ ਇਨਫੋਰਮੇਸ਼ਨ ਹੋ ਗਈ ਹੈ, ਨਾ ਕੇਵਲ ਇਸ਼ਤਿਹਾਰਬਾਜ਼ੀ ਅਸੀਂ ਇਹਦੇ ਵਿੱਚ ਕਰਦੇ ਹਾਂ ਪਰ ਕਿਸੇ ਵੀ ਪ੍ਰੋਡਕਟ ਦੀ ਡਿਟੇਲ ਇਨਫੋਰਮੇਸ਼ਨ। ਜੇ ਤੁਸੀਂ ਕਿਸੇ ਕੱਪੜੇ ਦੀ ਐਗਜ਼ਾਮਪਲ ਲੈ ਲਓ ਅਤੇ ਕੱਪੜੇ ਦੀ ਕੁਆਲਿਟੀ ਕੀ ਹੈ, ਕੱਪੜਾ ਕਿਹੜੇ ਬ੍ਰਾਂਡ ਦਾ ਹੈਗਾ ਹੈ, ਕੱਪੜੇ ਦੀ ਪ੍ਰਾਈਸ ਕਿੰਨੀ ਹੈਗੀ ਹੈ, ਠੀਕ ਹੈ, ਉਹ ਪੋਲੀਸਟਰ ਹੈ, ਸ਼ਿਫੋਨ ਹੈ, ਰੇਓਨ ਹੈ, ਕੀ ਹੈਗਾ ਹੈ, ਉਸ ਦੀ ਕੁਆਲਿਟੀ ਕੀ ਹੈਗੀ ਹੈ, ਉਹ ਸਾਰਾ ਕੁਝ ਉਸ ਦੇ ਉੱਪਰ ਦਿੱਤਾ ਹੁੰਦਾ ਹੈ ਵੈਬਸਾਈਟ ਦੇ ਉੱਪਰ, ਅਸੀਂ ਉੱਥੋਂ ਉਸ ਦੀ ਜਾਣਕਾਰੀ ਲੈ ਸਕਦੇ ਹਾਂ। ਨੈਕਸਟ ਹੈਗਾ ਹੈ ਵਪਾਰ ਨਾਲ ਸੰਬੰਧਿਤ। ਜਿਹੜਾ ਈ ਕਮਰਸ ਹੈਗਾ ਉਹ ਵਪਾਰ ਦੇ ਨਾਲ ਸੰਬੰਧਿਤ ਹੈ। ਵਪਾਰ ਦਾ ਕੰਮ, ਵਪਾਰ ਕੀ ਹੁੰਦਾ ਹੈ, ਸਮਾਨ ਨੂੰ ਵੇਚਣਾ ਅਤੇ ਖਰੀਦਣਾ, ਠੀਕ ਹੈ। ਸੋ ਈ ਕਮਰਸ ਦਾ ਜਿਹੜਾ ਕੰਮ ਕੀ ਹੈਗਾ ਹੈ ਉਹ ਵਪਾਰ ਕਰਨਾ, ਇਸ ਦਾ ਮੇਨ ਕੰਮ ਹੈ। ਇਹ ਇਸ ਦੀ ਅਗਲੀ ਵਿਸ਼ੇਸ਼ਤਾ ਹੈ। ਨੈਕਸਟ ਜਿਹੜੀ ਇਸ ਦੀ ਵਿਸ਼ੇਸ਼ਤਾ ਹੈ ਉਹ ਕੀ ਹੈ, ਪ੍ਰਭਾਵਸ਼ਾਲੀ ਇਸ਼ਤਿਹਾਰਬਾਜ਼ੀ। ਇਸ਼ਤਿਹਾਰਬਾਜ਼ੀ ਦੇਖੋ ਅਸੀਂ ਟੀ ਵੀ 'ਤੇ ਦੇਖਦੇ ਹਾਂ, ਹੈ ਨਾ, ਜਾਂ ਫਿਰ ਰੇਡੀਓ ਵਗੈਰਾ 'ਤੇ ਵੀ ਇਸ਼ਤਿਹਾਰ ਹੁੰਦੇ ਆ, ਨਿਊਜ਼ਪੇਪਰ ਵਗੈਰਾ 'ਚ ਵੀ ਇਸ਼ਤਿਹਾਰ ਹੁੰਦੇ ਹੈਗੇ ਆ। ਸੋ ਜਿਹੜਾ ਈ ਕਮਰਸ ਹੈਗਾ ਹੈ, ਈ ਵੰਡ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਵੀ ਇੱਕ ਇਸ਼ਤਿਹਾਰਬਾਜ਼ੀ ਦਾ ਇੱਕ ਵਧੀਆ ਮਾਧਿਅਮ ਹੈਗਾ ਵਾ। ਇਹਦੇ ਵਿੱਚ ਜਿਹੜਾ ਉਪਭੋਗਤਾ ਹੈਗਾ ਹੈ ਅਤੇ ਜਿਹੜਾ ਪ੍ਰੋਡਿਊਸਰ ਹੈਗਾ ਹੈ, ਜਿਹੜਾ ਸਮਾਨ ਨੂੰ ਵੇਚ ਰਿਹਾ ਹੈਗਾ, ਉਹਨਾਂ ਵਿੱਚ ਇੱਕ ਸਿੱਧਾ ਸੰਬੰਧ ਹੋ ਜਾਂਦਾ ਹੈ। ਜੋ ਵੀ ਪ੍ਰੋਡਕਟ ਦੀ ਇਨਫੋਰਮੇਸ਼ਨ ਹੈਗੀ ਹੈ ਡਾਇਰੈਕਟ ਕਸਟਮਰ ਤੱਕ ਇਸ਼ਤਿਹਾਰਬਾਜ਼ੀ ਦੇ ਥਰੂ ਇਹਦੇ ਵਿੱਚ ਪਹੁੰਚਾਈ ਜਾਂਦੀ ਹੈ। ਨੈਕਸਟ ਹੈਗਾ ਹੈ ਤੁਰੰਤ ਸੇਵਾਵਾਂ। ਈ ਕਮਰਸ ਦੇ ਵਿੱਚ ਜਿਹੜੀਆਂ ਸੇਵਾਵਾਂ ਵਾ ਉਹ ਕੁਛ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਕਸਟਮਰ ਤੱਕ ਪਹੁੰਚ ਜਾਂਦੀਆਂ ਹੈਗੀਆਂ, ਠੀਕ ਹੈ। ਕੋਈ ਵੀ ਸਮਾਨ ਹੈਗਾ ਹੈ ਜਾਂ ਕੋਈ ਵੀ ਜਾਣਕਾਰੀ ਹੈਗੀ ਆ, ਉਹ ਕੁਛ ਲਿਮਿਟਿਡ ਜਾਂ ਡਿਫਾਈਨਡ ਟਾਈਮ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਉਸ ਸੇਵਾ ਨੂੰ, ਉਸ ਜਾਣਕਾਰੀ ਨੂੰ ਕਸਟਮਰ ਤੱਕ ਪਹੁੰਚਾ ਦਿੰਦੇ ਹੈਗੇ ਹਾਂ। ਨੈਕਸਟ ਜਿਹੜਾ ਵਿਸ਼ੇਸ਼ਤਾ ਇਹਦੀ ਹੈਗੀ ਆ ਉਹ ਹੈਗੀ ਆ ਵਿਚੋਲੇ ਦੀ ਲੋੜ ਨਹੀਂ। ਈ ਕਮਰਸ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੇ ਮਿਡਲਮੈਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਬਾਇਰ ਹੈ, ਸੈਲਰ ਹੈ, ਉਹਨਾਂ ਵਿੱਚ ਡਾਇਰੈਕਟ ਕੰਟੈਕਟ ਹੁੰਦਾ ਹੈ। ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲ ਕਰ ਸਕਦੇ ਆ, ਉਹ ਆਪਸ ਦੇ ਨਾਲ ਇੱਕ ਦੂਜੇ ਨੂੰ ਸਮਾਨ ਵੇਚ ਸਕਦੇ ਆ ਅਤੇ ਪੇਮੈਂਟ ਵੀ ਜਿਹੜੀ ਹੈਗੀ ਉਹ ਡਾਇਰੈਕਟ ਹੀ ਕੀਤੀ ਜਾਂਦੀ ਹੈ। ਸੋ ਮਿਡਲਮੈਨ ਜਿਹੜਾ ਹੈਗਾ ਹੈ ਉਸ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੁੰਦਾ। ਨੈਕਸਟ ਹੈਗਾ ਹੈ ਵਿਸ਼ਵ ਪੱਧਰ 'ਤੇ ਪਸਾਰ। ਹੁਣ ਇੰਟਰਨੈਟ ਵੇਖੋ ਇਹੋ ਜਿਹੀ ਸੁਵਿਧਾ ਹੈਗੀ ਆ ਜਿਹੜੀ ਕਿ ਵਰਲਡ ਵਾਈਡ ਅਸੀਂ ਇਸਤੇਮਾਲ ਕਰਦੇ ਹਾਂ। ਸੋ ਜਦੋਂ ਅਸੀਂ ਇੰਟਰਨੈਟ ਦੀ ਮਦਦ ਦੇ ਨਾਲ ਅਸੀਂ ਆਪਣਾ ਵਪਾਰ ਕਰਦੇ ਹਾਂ
ਤੇ ਅਸੀਂ ਆਪਣੇ ਬਿਜ਼ਨਸ ਨੂੰ ਨਾ ਕੇਵਲ ਇੱਕ ਲਿਮਿਟਿਡ ਰੀਜਨ ਦੇ ਵਿੱਚ ਹੀ ਫਲਰਿਸ਼ ਕਰ ਸਕਦੇ ਹਾਂ, ਬਲਕਿ ਅਸੀਂ ਉਸ ਪ੍ਰੋਡਕਟ ਨੂੰ, ਜਿਹੜਾ ਸਾਡਾ ਪ੍ਰੋਡਕਟ ਅਸੀਂ ਬਣਾ ਰਹੇ ਹਾਂ, ਉਸ ਨੂੰ ਅਸੀਂ ਥਰੂ ਆਊਟ ਦਾ ਵਰਲਡ ਕਿਤੇ ਵੀ ਵੇਚ ਸਕਦੇ ਹਾਂ। ਠੀਕ ਹੈ, ਪੂਰੇ ਆਪਣੇ ਰੀਜਨ ਵਿੱਚ ਵੇਚ ਸਕਦੇ ਹਾਂ, ਆਪਣੀ ਸਟੇਟ ਦੇ ਵਿੱਚ, ਆਪਣੀ ਕੰਟਰੀ ਦੇ ਵਿੱਚ, ਪਲੱਸ ਆਪਣੇ ਵਰਲਡ ਦੇ ਵਿੱਚ ਵੀ ਅਸੀਂ ਉਸ ਚੀਜ਼ ਨੂੰ ਵੇਚ ਸਕਦੇ ਹਾਂ। ਸੋ ਇਹ ਵੀ ਇੱਕ ਇਸ ਦੀ ਵਿਸ਼ੇਸ਼ਤਾ ਹੈਗੀ ਹੈ। ਠੀਕ ਹੈ, ਸੋ ਆਈ ਹੋਪ ਕਿ ਇਹ ਟੌਪਿਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਈ ਕਮਰਸ ਕੀ ਹੁੰਦਾ ਹੈ ਅਤੇ ਉਸ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਹੈਗੀਆਂ ਹੈ। ਸੋ ਇਨ ਦਾ ਐਂਡ ਆਈ ਵੁੱਡ ਲਾਈਕ ਟੂ ਸੇ ਥੈਂਕ ਯੂ ਸੋ ਮਚ।